ਅਮਰੀਕਾ ਦੇ ਇੰਡੀਆਨਾ ਸੂਬੇ ਵਿੱਚ ਫੈਡੈਕਸ ਕੰਪਨੀ ਦੇ ਇੱਕ ਕੰਪਲੈਕਸ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਸਿੱਖ ਭਾਈਚਾਰੇ ਦੇ 4 ਵਿਅਕਤੀਆਂ ਸਮੇਤ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਦੱਸੀ ਜਾਂਦੀ ਹੈ। 5 ਹੋਰ ਜ਼ਖਮੀ ਹੋਏ ਨੇ। ਬੰਦੂਕਧਾਰੀ ਹਮਲਾਵਰ ਦੀ ਪਛਾਣ ਇੰਡੀਆਨਾ ਦੇ 19 ਸਾਲਾ ਬ੍ਰੈਂਡਨ ਸਕਾਟ ਹਾਲ ਦੇ ਰੂਪ ਵਿੱਚ ਕੀਤੀ ਗਈ ਹੈ, ਜਿਸ ਨੇ ਇੰਡੀਆਪੋਲਿਸ ਵਿੱਚ ਸਥਿਤ ਫੈਡੈਕਸ ਕੰਪਨੀ ਦੇ ਕੰਪਲੈਕਸ ਦੇ ਵਿੱਚ ਵੀਰਵਾਰ ਦੇਰ ਰਾਤ ਗੋਲੀਬਾਰੀ ਕਰਨ ਦੇ ਬਾਅਦ ਕਥਿਤ ਤੌਰ ਤੇ ਖੁਦ ਨੂੰ ਗੋਲੀ ਮਾਰ ਲਈ। ਡਿਲੀਵਰੀ ਸੇਵਾ ਪ੍ਰਦਾਤਾ ਕੰਪਨੀ ਦੇ ਇਸ ਕੰਪਲੈਕਸ ਵਿੱਚ ਕੰਮ ਕਰਨ ਵਾਲੇ 90% ਤੋਂ ਜ਼ਿਆਦਾ ਕਰਮਚਾਰੀ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੱਸੇ ਜਾਂਦੇ ਨੇ, ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਭਾਈਚਾਰੇ ਦੇ ਹਨ। ਮੇਰੀਅਤ ਕਾਉਂਟੀ ਕੋਰਨਰ ਦਫ਼ਤਰ ਅਤੇ ਇੰਡੀਆਪੋਲਿਸ ਮੈਟਰੋਪੋਲੀਟਨ ਪੁਲਿਸ ਵਿਭਾਗ ਨੇ ਮ੍ਰਿਤਕਾਂ ਦੇ ਨਾਮ ਦਾ ਅੱਜ ਖੁਲਾਸਾ ਕੀਤਾ। ਮ੍ਰਿਤਕਾਂ ਵਿੱਚ ਅਮਰਜੀਤ ਜੋਹਲ 66 ਸਾਲਾ, ਜਸਵਿੰਦਰ ਕੌਰ 64 ਸਾਲਾ, ਅਮਰਜੀਤ 48 ਸਾਲਾ ਅਤੇ ਜਸਵਿੰਦਰ ਸਿੰਘ 68 ਸਾਲਾ ਸ਼ਾਮਿਲ ਹਨ। IMPD ਨੇ ਕਿਹਾ ਸਿੱਖ ਭਾਈਚਾਰੇ ਦੇ ਇੱਕ ਹੋਰ ਵਿਅਕਤੀ ਹਰਪ੍ਰੀਤ ਸਿੰਘ ਗਿੱਲ, ਜੋ ਕਿ 45 ਸਾਲ ਦਾ ਹੈ, ਨੂੰ ਅੱਖ ਕੋਲ ਗੋਲੀ ਲੱਗੀ ਹੈ ਅਤੇ ਉਹ ਅਜੇ ਹਸਪਤਾਲ ਵਿੱਚ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਘਟਨਾ ਤੇ ਸੋਗ ਪ੍ਰਗਟ ਕੀਤਾ। ਬਾਈਡਨ ਪ੍ਰਸ਼ਾਸਨ ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ ਨੂੰ ਕਾਰੋਬਾਰ ਵਿੱਚ ਬਣੇ ਰਹਿਣ ਜਾਂ ਦੁਬਾਰਾ ਖੋਲ੍ਹਣ ਵਿੱਚ ਸਹਾਇਤਾ ਕਰਨ ਲਈ ਰਾਜਾਂ ਨੂੰ $39 ਬਿਲੀਅਨ ਦਾ ਰਾਹਤ ਫੰਡ ਜਾਰੀ ਕਰ ਰਿਹਾ ਹੈ, ਜੋ ਕਿ ਅਮਰੀਕੀ ਇਤਿਹਾਸ ਵਿੱਚ ਬੱਚਿਆਂ ਦੀ ਦੇਖਭਾਲ ਸੰਬੰਧੀ ਇੱਕ ਵੱਡਾ ਨਿਵੇਸ਼ ਹੈ। ਵਾਈਟ ਹਾਊਸ ਅਨੁਸਾਰ ਇਹ ਪੈਸਾ $1.9 ਟ੍ਰਿਲੀਅਨ ਦੇ ਰਾਹਤ ਪੈਕੇਜ ਤੋਂ ਮਿਲਿਆ, ਜਿਸ ਤੇ ਰਾਸ਼ਟਰਪਤੀ ਜੋ ਬਾਈਡਨ ਨੇ ਪਿਛਲੇ ਮਹੀਨੇ ਦਸਤਖਤ ਕੀਤੇ ਸਨ। ਇਹ ਸੈਂਕੜੇ ਔਰਤਾਂ ਨੂੰ ਕੰਮ ਤੇ ਵਾਪਸ ਆਉਣ ਅਤੇ ਆਰਥਿਕ ਪੁਨਰ ਸੁਰਜੀਤੀ ਨੂੰ ਮਜ਼ਬੂਤੀ ਵਿੱਚ ਲਿਆਉਣ ਦੀ ਸਹਾਇਤਾ ਕਰੇਗਾ। ਚਾਈਲਡ ਕੇਅਰ ਸੰਸਥਾਵਾਂ ਇਸ ਫੰਡ ਦੀ ਵਰਤੋਂ ਕਿਰਾਏ, ਬੀਮਾ, ਬਿਲਜ਼, ਤਨਖਾਹਾਂ ਅਤੇ ਕਰਜ਼ੇ ਦਾ ਭੁਗਤਾਨ ਕਰਨ ਲਈ ਕਰ ਸਕਦੇ ਨੇ। ਇਸ ਪੈਸੇ ਦੀ ਵਰਤੋਂ ਨਿੱਜੀ ਸੁਰੱਖਿਆ ਉਪਕਰਨ ਨੂੰ ਖਰੀਦਣ ਅਤੇ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਇਸ ਦੇ ਇਲਾਵਾ ਰਾਜ ਬੱਚਿਆਂ ਦੀ ਦੇਖਭਾਲ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਪਰਿਵਾਰਾਂ ਨੂੰ ਸਿੱਧੀ ਸਬਸਿਡੀ ਵੀ ਦੇ ਸਕਦੇ ਹਨ। ਪ੍ਰਸ਼ਾਸਨ ਦੇ ਅਨੁਸਾਰ ਲੱਖਾਂ ਦੇਖਭਾਲ ਪ੍ਰਦਾਤਾ ਅਤੇ ਸਿੱਖਿਅਕ, ਜੋ ਕਿ 50 ਲੱਖ ਤੋਂ ਵੱਧ ਬੱਚਿਆਂ ਦੀ ਸੇਵਾ ਕਰ ਰਹੇ ਹਨ, ਨੂੰ ਇਸ ਫੰਡ ਨਾਲ ਲਾਭ ਪਹੁੰਚਣਾ ਚਾਹੀਦਾ ਹੈ। ਰਾਸ਼ਟਰ ਦੀ ਚਾਈਲਡ ਕੇਅਰ ਅਤੇ ਲੰਬੇ ਸਮੇਂ ਦੀ ਦੇਖਭਾਲ ਅਤੇ ਨੈਟਵਰਕ ਨੂੰ ਉਤਸ਼ਾਹਿਤ ਕਰਨਾ ਰਾਸ਼ਟਰਪਤੀ ਅਤੇ ਕਾਂਗਰਸ ਦੇ ਡੈਮੋਕ੍ਰੇਟਸ ਲਈ ਸਭ ਤੋਂ ਵੱਡੀ ਤਰਜੀਹ ਹੈ, ਜਿਨ੍ਹਾਂ ਨੇ ਇਸ ਸਾਲ ਦੇ ਆਰੰਭ ਵਿੱਚ ਰਾਹਤ ਬਿਲਜ਼ ਨੂੰ ਸਭਾ ਦੇ ਰਿਪਬਲਿਕਨਸ ਦੇ ਸਮਰਥਨ ਤੋਂ ਬਿਨਾਂ ਪਾਸ ਕਰ ਦਿੱਤਾ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਐਤਵਾਰ ਨੂੰ NBC ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇਕੱਠੇ ਹੋਣਗੇ, ਜਿਸ ਦਾ ਉਦੇਸ਼ ਕੋਵਿਡ-19 ਟੀਕਾਕਰਨ ਨੂੰ ਉਤਸ਼ਾਹਿਤ ਕਰਨਾ ਹੈ। ਇਸ ਰਾਹੀਂ ਉਹ ਟੀਕਾਕਰਨ ਸੰਬੰਧੀ ਹਿਚਕਿਚਾਉਣ ਵਾਲੇ ਅਮਰੀਕੀਆਂ ਨੂੰ ਸ਼ਾਟ ਲੈਣ ਲਈ ਯਕੀਨ ਦਿਵਾਉਣਗੇ। ਨॉन प्रॉफिट सिविक राष्ट्र अनुसार रोल अप यूजर स्लीव स्पेशल प्रोग्राम एतवार शाम 7 वजे प्रसारित होगा। ये वॉलग्रीन्स द्वारा प्रसारित किया जाएगा। ATTN द्वारा बनाया गया तो इसकी सिविक नेशन के मेड टू सेव पहलकदमी के नाल साझेदारी है, जो एक कौमी जनतक सिक्ख्या ते जमीनी पद्धर का आयोजन करने का यतनता है, जो कोविड-19 टीकों तक बराबर पहुँच और टीकों में विश्वास बढ़ाया जा सके। बाइडन इस दौरान विशेष टिप्पणी करेंगे और ओबामा साबका NBA सितारियां चार्ल्स बर्कले और शकील ओनल के नाल अमेरिकी लोगों को टीकाकरण लिए उत्साहित करने लिए दिखाई देंगे। बाइडन के मुख्य कोविड-19 सलाहकार डॉक्टर एंथनी फाउची अभिनेता मैथ्यू मैकनॉगी द्वारा ਲਈ ਜਾਣ ਵਾਲੀ ਇੰਟਰਵਿਊ ਵਿੱਚ ਜਾਣਕਾਰੀ ਦੇਣਗੇ। ਇਸ ਦੇ ਇਲਾਵਾ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸਾਬਕਾ ਪਹਿਲੀ ਮਹਿਲਾ ਮਿਸ਼ੈਲ ਓਬਾਮਾ ਸਮੇਤ ਕਈ ਹੋਰ ਅਮਰੀਕੀ ਹਸਤੀਆਂ ਸ਼ਾਮਿਲ ਹੋਣਗੀਆਂ। ਓਬਾਮਾ ਇਸ ਤੋਂ ਪਹਿਲਾਂ ਰਾਸ਼ਟਰਪਤੀ ਜਿਮ ਕਾਰਟਰ, ਬਿਲ ਕਲਿੰਟਨ ਅਤੇ ਜਾਰਜ ਡਬਲਿਊ ਬੁਸ਼ ਅਤੇ ਉਹਨਾਂ ਦੀਆਂ ਪਤਨੀਆਂ ਦੇ ਨਾਲ ਟੀਕੇ ਸੰਬੰਧੀ ਇੱਕ ਇਸ਼ਤਿਹਾਰ ਮੁਹਿੰਮ ਵਿੱਚ ਵੀ ਸ਼ਾਮਿਲ ਹੋਏ ਸਨ। ਇਸ਼ਤਿਹਾਰ ਮੁਹਿੰਮ ਵਿੱਚ 1 ਮਿੰਟ ਲੰਮੀ ਨਿੱਜੀ ਵੀਡੀਓ ਸ਼ਾਮਿਲ ਕੀਤੀ ਗਈ ਸੀ, ਜਿਸ ਵਿੱਚ ਦਿਖਾਇਆ ਗਿਆ ਕਿ 4 ਸਾਬਕਾ ਰਾਸ਼ਟਰਪਤੀ ਅਤੇ ਸਾਬਕਾ ਪਹਿਲੀਆਂ ਔਰਤਾਂ ਆਪਣੇ ਟੀਕੇ ਪ੍ਰਾਪਤ ਕਰ ਰਹੀਆਂ ਹਨ। ਇੱਕ ਹੋਰ ਜਿਸ ਵਿੱਚ ਕਲਿੰਟਨ, बुश ਅਤੇ ओबामा इकट्ठे खड़े हुए हैं, जो अमेरिकियों को अगे ਵਧਣ ਅਤੇ ਟੀਕਾ ਲਗਾਉਣ ਦੀ अपील करते हैं। ਬਾਈਡਨ ਪ੍ਰਸ਼ਾਸਨ ਨੇ ਕੋਰੋਨਾ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਅਤੇ ਟੀਕਾ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਧਾਉਣ ਲਈ ਟੀਵੀ ਇਸ਼ਤਿਹਾਰਾਂ ਦੀ ਸ਼ੁਰੂਆਤ ਕੀਤੀ ਹੈ। स्कॉटलैंड की फर्स्ट मिनिस्टर निकोला स्टर्जन ने वादा किया कि होलीवुड ਦੀਆਂ ਚੋਣਾਂ ਵਿੱਚ ਦੁਬਾਰਾ ਚੁਣੇ ਜਾਣ ਤੇ ਉਹਨਾਂ ਦੀ ਸਰਕਾਰ ਸਕਾਟਲੈਂਡ ਦੀਆਂ ਕੰਪਨੀਆਂ ਨੂੰ 4 ਦਿਨਾਂ ਦੇ ਕਾਰਜਕਾਰੀ ਹਫ਼ਤੇ ਦੀ ਪੇਸ਼ਕਸ਼ ਕਰਨ ਲਈ ਫੰਡ ਮੁਹੱਈਆ ਕਰਵਾਵੇਗੀ। ਮਈ ਦੀਆਂ ਚੋਣਾਂ ਦੇ ਲਈ ਆਪਣੀ ਪਾਰਟੀ ਦੇ ਮੈਨੀਫੈਸਟੋ ਦੀ ਸ਼ੁਰੂਆਤ ਕਰਦਿਆਂ ਸਟਰਜਨ ਨੇ ਸਕੀਮ ਦੇ ਲਈ 10 ਮਿਲੀਅਨ ਪਾਉਂਡ ਦੇਣ ਦਾ ਵਾਅਦਾ ਕੀਤਾ ਹੈ, ਜਿਸ ਦਾ ਉਦੇਸ਼ ਕੋਵਿਡ ਸੰਕਟ ਤੋਂ ਬਾਅਦ ਇੱਕ ਬਿਹਤਰ ਕੰਮਕਾਜ ਦਾ ਸੰਤੁਲਨ ਪ੍ਰਦਾਨ ਕਰਨਾ ਹੈ। SNP ਨੇਤਾ ਨੇ ਕਿਹਾ ਕਿ ਪਾਰਟੀ ਦੁਆਰਾ 4 ਦਿਨਾਂ ਦੇ ਕਾਰਜਕਾਰੀ ਹਫ਼ਤੇ ਦੇ ਲਾਭਾਂ ਲਈ ਇੱਛੁਕ ਕੰਪਨੀਆਂ ਦੀ ਸਹਾਇਤਾ ਲਈ 10 ਮਿਲੀਅਨ ਪਾਉਂਡ ਦਾ ਫੰਡ ਸਥਾਪਿਤ ਕੀਤਾ
ਜਾਵੇਗਾ। ਇਸ ਸੰਬੰਧੀ ਡਾਊਨਿੰਗ ਸਟਰੀਟ ਵਿਖੇ ਪ੍ਰਧਾਨ ਮੰਤਰੀ ਦੇ ਬੁਲਾਰੇ ਅਨੁਸਾਰ ਇੰਗਲੈਂਡ ਵਿੱਚ 4 ਦਿਨਾਂ ਦੇ ਹਫ਼ਤੇ ਦੀ ਕੋਈ ਯੋਜਨਾ ਨਹੀਂ ਹੈ। ਤਾਂ ਦੱਸ ਦਈਏ ਕਿ ਇਸ ਸਾਲ ਦੇ ਸ਼ੁਰੂ ਵਿੱਚ ਸਪੇਨ ਦੀ ਸਰਕਾਰ ਨੇ 3 ਸਾਲਾਂ ਦੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਕੰਪਨੀਆਂ ਲਈ 45 ਮਿਲੀਅਨ ਪਾਉਂਡ ਯੂਰਪੀ ਫੰਡਾਂ ਦੀ ਵਰਤੋਂ ਕਰਦਿਆਂ ਸਟਾਫ ਨੂੰ 4 ਦਿਨਾਂ ਦੇ ਕਾਰਜਕਾਰੀ ਹਫ਼ਤੇ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਦੇ ਇਲਾਵਾ ਸਟਰਜਰ ਨੇ ਸਕਾਟਲੈਂਡ ਵਿੱਚ NHS ਦੇ ਲਈ ਤਬਦੀਲੀ ਖਰਚੇ ਦੇ ਵਿੱਚ ਵਾਧੇ ਦਾ ਵਾਅਦਾ ਕੀਤਾ ਹੈ। ਜੇ ਉਹਨਾਂ ਦੀ ਪਾਰਟੀ 6 ਮਈ ਨੂੰ ਸਕਾਟਲੈਂਡ ਦੀ ਸੰਸਦ ਵਿੱਚ ਚੋਣ ਜਿੱਤਦੀ ਹੈ ਤਾਂ ਅਗਲੇ ਹੋਲੀਰੂਡ ਕਾਰਜਕਾਲ ਦੇ ਅੰਤ ਤੱਕ ਫਰੰਟਲਾਈਨ NHS ਖਰਚਿਆਂ ਨੂੰ ਘੱਟੋ-ਘੱਟ 20% ਜਾਂ ਤਕਰੀਬਨ 2.5 ਬਿਲੀਅਨ ਪਾਉਂਡ ਤੱਕ ਵਧਾਇਆ ਜਾਵੇਗਾ। ਇੰਨਾ ਹੀ ਨਹੀਂ, ਉਹਨਾਂ ਆਖਿਆ ਕਿ ਉਹ ਸਕਾਟਲੈਂਡ ਦੀ ਆਜ਼ਾਦੀ ਅਤੇ ਜਨਮਤ ਕਰਵਾਉਣ ਦੇ ਲਈ ਆਪਣੀਆਂ ਯੋਜਨਾਵਾਂ ਨੂੰ ਅੱਗੇ ਵਧਾਉਣਗੇ। ਉਹਨਾਂ ਨੇ ਰੈਫਰੈਂਡਮ ਬਾਰੇ ਵੀ ਗੱਲਬਾਤ ਕੀਤੀ। We're having an election and people are getting the opportunity to vote and putting forward a manifesto with the proposition for an independence referendum in it once the COVID crisis is over. And if people in Scotland return a simple majority of MSPs to the Scottish Parliament who stood on that prospectus, then democracy has to prevail. Now, I'm not going to get into a debate with Boris Johnson in this campaign about that. My discussion in this campaign is with the Scottish people to persuade them of that. But I think we already can hear from the Conservative Party that they know they can't stand in the way of a referendum if that's what people vote for. So they're already having debates with themselves about how they rig the timing of it, how they rig the question, how they rig the franchise. If people vote for an independence referendum, that's what should and will happen. And of course, it's what the Scottish Conservatives are saying will happen. They have been very explicit that if people vote for the SNP in this election, then there's going to be an independence referendum. The Duke of Edinburgh Prince Philip ਨੂੰ ਸਪੁਰਦੇ ਖਾਕ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਉਹਨਾਂ ਦੇ ਤਾਬੂਤ ਨੂੰ ਸੇਂਟ ਜੋਰਜ ਚੈਪਲ ਦੇ ਲਈ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਵਿੰਸਰ ਕਾਸਲ ਦੇ ਅੰਦਰ ਵਾਲੇ ਹਾਲ ਵਿੱਚ ਦਫਨ ਕੀਤਾ ਜਾਵੇਗਾ। ਉਹਨਾਂ ਦੇ ਪਾਰਥਿਵ ਸਰੀਰ ਨੂੰ ਸ਼ਾਹੀ ਰਸਤੇ ਰਾਹੀਂ ਲਿਜਾਇਆ ਗਿਆ। ਪ੍ਰਿੰਸ ਫਿਲਿਪ ਦੇ ਪਰਿਵਾਰ ਦੇ ਲੋਕ ਵੀ ਇਸ ਸਮੇਂ ਮੌਜੂਦ ਸਨ, ਜੋ ਅੰਤਿਮ ਯਾਤਰਾ ਦੌਰਾਨ ਸ਼ਾਹੀ ਪਰਿਵਾਰ ਦੇ ਪਿੱਛੇ ਚੱਲੇ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸਭ ਤੋਂ ਬਜ਼ੁਰਗ ਸ਼ਖਸ ਡਿਊਕ ਦੇ ਨਿੱਜੀ ਸਕੱਤਰ ਬ੍ਰਿਗੇਡੀਅਰ ਆਰਚੀ ਮਿਲਰ ਹਨ। ਉਹ ਪ੍ਰਿੰਸ ਫਿਲਿਪ ਦੇ ਸਾਬਕਾ ਮੈਟਰੋਪੋਲੀਟਨ ਪੁਲਿਸ ਨਿੱਜੀ ਸੁਰੱਖਿਆ ਅਧਿਕਾਰ ਅਤੇ 2 ਸਾਬਕਾ ਸੇਵਕਾਂ ਦੇ ਨਾਲ ਮੌਜੂਦ ਸਨ। ਇਸ ਸਮੇਂ ਤੇ ਫੌਜ ਦੇ ਬੈਂਡ ਡਿਊਕ ਆਫ ਐਡਿਨਬਰਾ ਵੱਲੋਂ ਚੁਣੇ ਗਏ ਮਿਊਜ਼ਿਕ ਵਜਾ ਰਹੇ ਹਨ। ਇਹਨਾਂ ਵਿੱਚ ਯਰੂਸ਼ਲਮ ਅਤੇ ਅਲਗਰ ਦਾ ਨਿਮਰੋਡ ਜਿਹੀਆਂ ਧੁਨਾਂ ਸ਼ਾਮਿਲ ਹਨ। ਚਤੁਰਭੁਜ ਦੇ ਆਕਾਰ ਵਿੱਚ ਚੱਲ ਰਹੀ ਲੈਂਡ ਰੋਵਰ, ਜੋ ਪੂਰੇ ਆਯੋਜਨ ਦਾ ਕੇਂਦਰ ਬਿੰਦੂ ਹੈ, ਨੂੰ ਫੌਜ ਦੇ ਜਵਾਨ ਸਿਰ ਝੁਕਾ ਕੇ ਸਲਾਮੀ ਦੇ ਰਹੇ ਸਨ। ਕੋਰੋਨਾ ਮਹਾਮਾਰੀ ਕਾਰਨ ਲਗਾਈਆਂ ਪਾਬੰਦੀਆਂ ਵਿੱਚ ਅੰਤਿਮ ਸੰਸਕਾਰ ਵਿੱਚ ਸਿਰਫ 30 ਲੋਕ ਹੀ ਸ਼ਾਮਿਲ ਹੋਏ। ਬਕਿੰਗਮ ਪੈਲੇਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਹਾਰਾਣੀ ਐਲਿਜ਼ਾਬੈਥ II ਨੂੰ ਸੰਸਕਾਰ ਵਿੱਚ ਸ਼ਾਮਿਲ ਹੋਣ ਵਾਲੇ ਦੀ ਲਿਸਟ ਬਣਾਉਣ ਲਈ ਮੁਸ਼ਕਿਲ ਫੈਸਲਾ ਲੈਣਾ ਪਿਆ। ਸ਼ੁਰੂਆਤ ਵਿੱਚ 800 ਲੋਕਾਂ ਦੇ ਸ਼ਾਮਿਲ ਹੋਣ ਦੀ ਤਿਆਰੀ ਕੀਤੀ ਗਈ ਸੀ, ਪਰ ਹੁਣ ਸਿਰਫ 30 ਲੋਕ ਹੀ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋ ਰਹੇ ਨੇ। ਮਹਾਰਾਣੀ ਚਾਹੁੰਦੀ ਸੀ ਕਿ ਪ੍ਰਿੰਸ ਫਿਲਿਪ ਦੇ ਪਰਿਵਾਰ ਦੇ ਸਾਰੇ ਲੋਕ ਅੰਤਿਮ ਸੰਸਕਾਰ ਸਮਾਰੋਹ ਵਿੱਚ ਸ਼ਾਮਿਲ ਹੋਣ। ਚਰਚ ਆਫ ਇੰਗਲੈਂਡ ਦੇ ਮੁਖੀ ਆਰਚ ਬਿਸ਼ਪ ਅਨੁਸਾਰ ਕੈਂਟਬਰੀ ਨੇ ਕਿਹਾ ਕਿ ਪ੍ਰਿੰਸ ਫਿਲਿਪ ਦਾ ਅੰਤਿਮ ਸੰਸਕਾਰ ਮਹਾਰਾਣੀ ਕੋਲ ਉਹਨਾਂ ਨੂੰ ਅਲਵਿਦਾ ਕਹਿਣ ਦਾ ਗੰਭੀਰ ਮੌਕਾ ਹੈ। ਪ੍ਰਿੰਸ ਫਿਲਿਪ ਦੇ ਪਾਰਥਿਵ ਸਰੀਰ ਨੂੰ ਇੱਕ ਖਾਸ ਤੌਰ ਤੇ ਤਿਆਰ ਕੀਤੀ ਗਈ ਲੈਂਡ ਰੋਵਰ ਕਾਰ ਵਿੱਚ ਰੱਖਿਆ ਗਿਆ ਸੀ। ਡਿਊਕ ਨੇ ਖੁਦ ਇਸ ਕਾਰ ਨੂੰ ਡਿਜ਼ਾਈਨ ਕਰਨ ਵਿੱਚ ਮਦਦ ਕੀਤੀ ਸੀ। ਉਹਨਾਂ ਨੇ ਗੁਜ਼ਾਰਿਸ਼ ਕੀਤੀ ਸੀ ਕਿ ਕਾਰ ਨੂੰ ਫੌਜ ਦਾ ਹਰਾ ਰੰਗ ਦਿੱਤਾ ਜਾਵੇ। ਡਿਊਕ ਨੇ ਆਪਣੇ ਅੰਤਿਮ ਸੰਸਕਾਰ ਦੌਰਾਨ ਵੇਦੀ ਤੇ ਨਜ਼ਰ ਰੱਖੇ ਜਾਣ ਵਾਲੇ ਰੀਗੇਲੀਆਂ ਯਾਨੀ ਕਿ ਸ਼ਾਹੀ ਨਿਸ਼ਾਨ ਨੂੰ ਵੀ ਖੁਦ ਚੁਣਿਆ ਸੀ। ਇਸ ਵਿੱਚ ਰੱਖੇ ਜਾਣ ਵਾਲੇ ਮੈਡਲ, ਸਜਾਵਟ ਅਤੇ ਪ੍ਰਤੀਕ ਡਿਊਕ ਨੇ ਤੈਅ ਕੀਤੇ ਸਨ। ਅੱਜ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਅੰਤ ਵਿੱਚ ਵਿਸ਼ਵ ਸਿਹਤ ਸੰਗਠਨ WHO ਦੇ ਮੁਖੀ ਨੇ ਕਿਹਾ ਕਿ ਗਲੋਬਲੀ ਪੱਧਰ ਤੇ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਚਿੰਤਾਜਨਕ ਦਰ ਨਾਲ ਵਧ ਰਹੇ ਹਨ। ਉਹਨਾਂ ਦੱਸਿਆ ਕਿ ਪ੍ਰਤੀ ਹਫ਼ਤੇ ਜਿੰਨੇ ਵੀ ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ, ਉਹ ਪਿਛਲੇ 2 ਮਹੀਨਿਆਂ ਦੇ ਦੌਰਾਨ ਮਾਮਲਿਆਂ ਤੋਂ ਦੁੱਗਣਾ ਹਨ। WHO ਦੇ ਡਾਇਰੈਕਟਰ ਜਨਰਲ ਟੈਡਰੋਸ ਐਡਨੋਮ ਗੈਬ੍ਰੀਏਸਸ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਨਵੇਂ ਮਾਮਲਿਆਂ ਦੀ ਗਿਣਤੀ ਇਨਫੈਕਸ਼ਨ ਦੀ ਸਭ ਤੋਂ ਉੱਚ ਦਰ ਤੇ ਪਹੁੰਚ ਗਈ ਹੈ, ਜਿਸ ਨਾਲ ਮਹਾਮਾਰੀ ਦੇ ਦੌਰਾਨ ਹੁਣ ਤੱਕ ਅਸੀਂ ਨਹੀਂ ਦੇਖਿਆ। ਗੈਬ੍ਰੀਏਸਸ ਨੇ ਪਾਪੂਆ ਨਿਊ ਗਿਨੀ ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਕੁਝ ਦੇਸ਼ ਵਿੱਚ COVID-19 ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਸੀ, ਉੱਥੇ ਵੀ ਮਹਾਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਉਹਨਾਂ ਆਖਿਆ ਕਿ ਇਸ ਸਾਲ ਦੀ ਸ਼ੁਰੂਆਤ ਤੱਕ ਪਾਪੂਆ ਨਿਊ ਗਿਨੀ ਵਿੱਚ 900 ਤੋਂ ਘੱਟ ਮਾਮਲੇ ਸਨ ਅਤੇ ਸਿਰਫ 9 ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਹੋਈ ਸੀ। ਉਹਨਾਂ ਨੇ ਦੱਸਿਆ ਕਿ ਦੇਸ਼ ਵਿੱਚ ਇਸ ਸਮੇਂ 9000 ਤੋਂ ਵੱਧ ਮਾਮਲੇ ਹਨ ਅਤੇ 83 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿੱਚ ਅੱਧੇ ਮਾਮਲੇ ਪਿਛਲੇ ਮਹੀਨੇ ਸਾਹਮਣੇ ਆਏ। ਗੈਬ੍ਰੀਏਸਸ ਨੇ ਕਿਹਾ ਕਿ ਪਾਪੂਆ ਨਿਊ ਗਿਨੀ ਇਸ ਗੱਲ ਦਾ ਠੀਕ ਉਦਾਹਰਨ ਹੈ ਕਿ ਟੀਕਾਕਰਨ ਕਿਉਂ ਮਹੱਤਵਪੂਰਨ ਹੈ। ਹੁਣ ਤੱਕ ਕੋਵੈਕਸ ਪਹਿਲ ਤਹਿਤ 100 ਤੋਂ ਵਧੇਰੇ ਦੇਸ਼ਾਂ ਨੂੰ 4 ਕਰੋੜ ਤੋਂ ਵਧੇਰੇ ਟੀਕਿਆਂ ਦੀ ਖੁਰਾਕ ਭੇਜੀ ਜਾ ਚੁੱਕੀ ਹੈ। Around the world, cases and deaths are continuing to increase at worrying rates. Globally,
The number of new cases per week has nearly doubled over the past 2 months. This is approaching the highest rate of infection that we have seen so far during the pandemic. Some countries that had previously avoided widespread transmission are now seeing steep increases in infections. What's your current assessment?